ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਸਤਿਨਾਮ ਵਾਹਿਗੁਰੂ। ਨਾਉ ਕਰਤਾ ਕਾਦਰ ਕਰ ਕਿਉ ਬੋਲ ਹੋਵੈ ਜੋ ਖੀਵੰਦਾ। ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਮੁੰਦਾ। ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀ ਮੁੰਦਾ। ਲੈਣੇ ਧਰਿਉਨ ਛਤਰ ਸਿਰ ਕਰ ਸਿਫਤੀ ਅੰਮ੍ਰਿਤ ਪੀ ਮੁੰਦਾ। ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਏ ਜੀਦੈ। ਗੋਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀ ਮੰਦਾ। ਸਹੇ ਟਿੱਕਾ ਦਿੱਤੋ ਸੋ ਜੀ ਮੰਦਾ। ਲੈਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ। ਜੋ ਤਿਉ ਹਾ ਜੁਗਤ ਤਿਸਾਏ ਸਹਿ ਕਾਇਆ ਫੇਰ ਪਲਟੀਐ। ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਐ। ਕਰਹੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ। ਲੰਗਰ ਚੱਲੈ ਗੁਰ ਸ਼ਬਦ ਹਾਰੀ ਟੋਟ ਨ ਆਵੀ ਖੱਟੀਐ। ਖਰਚੇ ਦਿੱਤ ਖਸਮ ਦੀ ਆਪ ਖਹਿੰਦੀ ਖੈਰ ਦਬਟੀਐ। ਹੋਵੈ ਸਿਫਤੀ ਖਸਮ ਦੀ ਨੂਰ ਵਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋਂ ਹਟੀਐ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਐ। ਦਿਲ ਖੋਟਾ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ। ਦਿਲ ਖੋਟਾ ਆਕੀ ਫਿਰਨ ਮਨ ਬਨ ਭਾਰ ਉਚਾਇਨ ਛੱਟੀਐ। ਵਾਹਿਗੁਰੂ ਜੀ ਥਾਪਿਆ ਲੈਣਾ ਜੀ ਮੰਦਾ। ਗੁਰ ਆਈ ਸਿਰ ਛਤਰ ਫਿਰਾਇਆ। ਥਾਪਿਆ ਲੈਣਾ ਜੀ ਮੰਦਾ। ਗੁਰ ਆਈ ਸਿਰ ਛਤਰ ਫਿਰਾਇਆ। ਜੋਤੀ ਜੋਤ ਮਿਲਾਏ ਕੈ ਸਤਿਗੁਰ ਨਾਨਕ ਰੂਪ ਵਟਾਇਆ। ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕੇ ਕਿਉਨ। ਨਾਨਕ ਈਸਰ ਜਗਨਨਾਥ ਉਚ ਹੱਦੀ ਵੈਣ ਵੇਰ ਕਿਉਨ। ਮਧਾਣਾ ਪਰਬਤ ਕਾਰ ਨੇਤਰ ਬਾਸਕ ਸ਼ਬਦ ਰਿੜਕਿਓਣ। 14 ਰਤਨ ਨਿਕਾਲਿਆਨ ਕਰ ਆਵਾ ਗਾਉਣ ਚਿਲਕਿਓਣ। ਕੁਦਰਤ ਅਹੇ ਵੇਖਾਲੀਆਂ ਜਿਣ ਐਵਡ ਪਿੰਡ ਠਿਣਕਿਓਣ। ਲੈਣੇ ਧਰਿਓ ਕਰ ਆਵਾ ਗਾਉਣ ਚਿਲਕਿਓਣ। ਲੈਣੇ ਧਰਿਓ ਛਤਰ ਸਿਰ ਅਸਮਾਨ ਕਿਆੜਾ ਛਿਕਿਓਣ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਣ। ਜਾਂ ਸੁਧੋ ਸੋ ਕਾਂ ਲਹਿਣਾ ਟਿਕਿਓਣ। ਅੰਮਿਉ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲ। ਕਾਮ ਕ੍ਰੋਧ ਵਸ ਲੋਭ ਮੋਹ ਵਸ ਕਰੈ ਸਭੈ ਬਲ। ਕਾਮ ਕ੍ਰੋਧ ਅਰ ਲੋਭ ਮੋਹ
ਵਸ ਕਰੈ ਸਭੈ ਬਾਲ, ਸਦਾ ਸੁਖ ਮਨ ਵਸੈ। ਦੁਖ ਸੰਸਾਰ ਖੋਵੈ, ਗੁਰ ਨਵਨਿਧ ਧਰਿਆਉ। ਜਨਮ ਹਾਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵਥ। ਸਭ ਜਗ ਜਿਨਹਿ ਉਪਾਇਆ ਪਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰਿ ਭਗਵੰਤਾ, ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ, ਮੇਰੇ ਮਨ ਜਪੀਐ ਹਰਿ ਭਗਵੰਤਾ, ਨਾਮ ਦਾਨ ਦੇ ਜਨ ਆਪਣੇ। ਦੁਖ ਦਰਦ ਕਾ ਹੰਤਾ, ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੀਏ ਹਰਿ ਭਗਵੰਤਾ, ਜਪੀਏ ਹਰਿ ਭਗਵੰਤਾ। ਜਪੀਏ ਹਰਿ ਜਪੀਏ ਹਰਿ ਭਗਵੰਤਾ। ਜਪੀਏ ਹਰਿ ਭਗਵੰਤਾ। ਜਪੀਏ ਮੇਰੇ ਮਨ ਮੇਰੇ ਮਨ ਮੇਰੇ ਮੇਰੇ ਮਨ ਮੇਰੇ ਮਨ
मेरे मन मेरे मन मेरे मेरे मन जपिए हर भगवंता जपिए हर भगवंता जपिए हर नाम दान दे जन अपने दुख दर्द का हंता। मेरे मन जपिए हर भगवंता। वाह, ये पावन पवित्र शब्द जो कि 9 पदों के आधारित अष्टपदी है। सतगुरु श्री गुरु ग्रंथ साहिब जी दे पन्ना 639 ਅਤੇ 40 ਤੇ ਇਸ ਵੇਲੇ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਸੋਰਠ ਰਾਗ ਪਹਿਲੇ ਘਰ ਦੇ ਵਿੱਚ ਗਾਉਣ ਦੇ ਆਦੇਸ਼ ਦੇ ਨਾਲ ਹਜ਼ੂਰ ਨੇ ਅੰਕਿਤ ਕੀਤਾ। ਆਰੰਭ ਵਿੱਚ ਸੰਖੇਪ ਰੂਪ ਵਿੱਚ ਮੰਗਲ ਵੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। करतार एक है जो एक रस सर्व व्यापक है, जिसनों जानिया जाता है, जानिया जा सकता है सतगुरु सच्चे पातशाह जी की कृपा के द्वारा। रहाओ दीयां पंक्तियां दे विचों पहली पंक्ति आपां ने सारियां ने दृढ़ करन दा यतन कीता, जो कि शब्द का केंद्री भाव है। मेरे मन जपिए हर भगवंता। जितने गुरसिख माई भाई आप जी होम होम आके वखरे वखरे शहरों तो चल के आए हो, देशों तो चल के आए हो, पट मिलाप दिवस नूं मुख रखदियां होया श्रोमणी गुरुद्वारा प्रबंधक कमेटी दे अगवाई दे विच अखंड पाठ साहब जी का भोग पै रहा है। अज 9:30 बजे उपरंत विशेष दीवान सजने ने विशेष तौर पर ध्यान रखते हुए तुसीं जुड़े हो सारे भैणां भाई। सबना दे वास्ते आदेश है और उन्हां वास्ते भी आदेश है जिहड़े अज महान योधे शूरबीर दृढ़ता दे पुंज बड़े विवाक रण तत्ते विच जूझण वाले और खालसा राज की कायमी दे वास्ते जूझदियां होया जिहड़े शहीद होए तकरीबन 200 साल पहला मार्च 1823 पिशावर नौशहरे दे मैदान दे विच सिंह साहब बाबा अकाली सिंह जी बाबा फूला सिंह जी अकाली उन्हां दी दूसरी ये शहीदी शताब्दी नूं मुख रखदियां होया श्रोमणी पंथ अकाली बुढ़ा दल उस दियां सारियां शाखावां तरना दल ते होर सारे जिहड़े श्रोमणी गुरुद्वारा प्रबंधक कमेटी दे पूर्ण सहयोग दे नाल इन्हां कारजां दी आरंभता कर रहे ने शहीद अकाली फूला सिंह जी होरां दे जथेदार श्री अकाल तख्त साहब, जथेदार शहीद मिसल शहीदां अते जथेदार बुढ़ा दल दे इन्हां समागमां दी आरंभता नूं मुख रखदे होया भी जितने भैणां भाई तुसीं सारे जुड़े हो। और सब तो पहला सतगुरु महाराज गुरु नानक साहब जी ने अज दे दिन जो कृपा की 483 वरे पहला करतारपुर साहब जिन्हां ने अपनी थां ते सबना विचों योग जान के ये जो दरगाही वस्तु सी गुरियाई का छत्र अज दे दिन सतगुरु गुरु नानक साहब जी ने
ਲਹਿਣਾ ਜੀ ਦੇ ਭਾਵ ਅੰਗਦ ਜੀ ਦੇ ਸੀਸ ਤੇ ਝੁਲਾਇਆ ਤੇ ਗੁਰੂ ਅੰਗਦ ਕਹਿ ਕੇ ਆਪ ਪਰਿਕਰਮਾ ਕਰਕੇ ਨਮਸਕਾਰ ਕੀਤੀ। ਜਿਹੜੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ ਗੁਰਿਆਈ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਉਚੇਚੇ ਤੌਰ ਤੇ ਆਏ ਹੋ ਤੁਸੀਂ, ਸਭਨਾਂ ਨੂੰ ਮੈਂ ਜੀ ਆਇਆਂ ਕਹਿੰਦਾ। ਔਰ ਸਭਨਾਂ ਦੇ ਪ੍ਰਤੀ ਭਾਵੇਂ ਭੱਟ ਮਿਲਾਪ ਦਿਵਸ ਦੇ ਸੰਬੰਧ ਵਿੱਚ ਅਸੀਂ ਜੁੜੇ, ਭਾਵੇਂ ਅਕਾਲੀ ਜੀ ਹੋਰਾਂ ਦੇ ਪਿਆਰ ਯਾਦ ਵਿੱਚ ਅਸੀਂ ਜੁੜੇ, ਔਰ ਭਾਵੇਂ ਅਸੀਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਜੁੜੇ, ਜਾਂ ਰੂਟੀਨ ਦੇ ਵਿੱਚ ਆਮ ਤੌਰ 'ਤੇ ਅਸੀਂ ਨਮਸਕਾਰ ਕਰਨ ਵਾਸਤੇ ਇੱਥੇ ਆਏ ਹਾਂ। ਸਭਨਾਂ ਨੂੰ ਸਤਿਗੁਰਾਂ ਦਾ ਸੁਨੇਹਾ ਇੱਕ ਹੀ ਹੈ। ਜੇ ਲਹਿਣਾ ਜੀ ਦੇ ਵਾਂਗੂ ਤੁਸੀਂ ਆਪਣੀ ਸੁਰਤੀ ਜੋੜੋਗੇ ਕਰਤਾਰ ਦੇ ਨਾਲ, ਤੇ ਸੁਰਤੀ ਐਡੀ ਉੱਚੀ ਉੱਠ ਜਾਏਗੀ ਕਿ ਉਸ ਸੁਰਤੀ ਦੇ ਮਾਲਕ ਨੂੰ, ਸਰੀਰ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣੇ ਸੀਨੇ ਨਾਲ ਲਾਉਂਦੇ ਨੇ ਔਰ ਆਪਣੇ ਸਥਾਨ ਤੇ ਬਿਠਾਉਂਦੇ ਨੇ। ਜੇ ਭੱਟ ਜਿਹੜੇ ਕੱਲ੍ਹ ਕਹਿੰਦੇ ਸਨ ਭਿੱਖਾ ਜੀ ਹੋਰਾਂ ਦੀ ਅਗਵਾਈ ਦੇ ਵਿੱਚ, ਅਸੀਂ ਕੱਲ੍ਹ ਵਿਚਾਰਿਆ, ਬਰਸ ਏਕ ਹੋਂ ਫਿਰਿਓ ਕਿਨੇ ਨਹੁ ਪਰਚਉ ਲਾਇਓ, ਕਹਿਤੇ ਅਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਰਹਿਓ ਸੰਤ ਹੋਂ ਟੋੜ ਸਾਧ ਬਹੁਤੇਰੇ ਡਿੱਠੇ, ਅਰ ਬਰਸ ਏਕ ਹੋਂ ਫਿਰਿਓ ਕਿਨੇ ਨਹੁ ਪਰਚਉ ਲਾਇਓ। ਸਾਲ ਭਰ ਲਗਾਤਾਰ ਮੈਂ ਭਟਕਦਾ ਰਿਹਾ, ਸਾਲ ਭਰ ਲਗਾਤਾਰ ਅਸੀਂ ਭਟਕਦੇ ਰਹੇ, ਲੇਕਿਨ ਆਏ ਜਦੋਂ ਸਤਿਗੁਰਾਂ ਦੀ ਸ਼ਰਨ ਦੇ ਵਿੱਚ, ਹਜ਼ੂਰ ਦੀ ਸ਼ਰਨ ਦੇ ਵਿੱਚ, ਭਟਕਣ ਵਾਲੀਆਂ ਸਾਰੀਆਂ ਬਿਰਤੀਆਂ ਟਿਕ ਗਈਆਂ। ਉਹ ਬਿਰਤੀਆਂ ਜਿਨ੍ਹਾਂ ਦਾ ਪੂਜ ਪਹਿਲਾਂ ਕੋਈ ਹੋਰ ਸੀ, ਦੇਵੀ ਦੇ ਰੂਪ ਦੇ ਵਿੱਚ, ਦੇਵਤਿਆਂ ਦੇ ਰੂਪ ਦੇ ਵਿੱਚ, ਕਿਸੇ ਹੋਰ ਦੇ ਰੂਪ ਦੇ ਵਿੱਚ, ਜਿਨ੍ਹਾਂ ਦੀਆਂ ਮਾਨਤਾਵਾਂ ਹੋਰ ਸਨ, ਜਦੋਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ, ਉਹਨਾਂ ਸਭਨਾਂ ਨੂੰ ਇਹੀ ਉਪਦੇਸ਼ ਦ੍ਰਿੜ ਕਰਵਾਇਆ, ਉਸ ਨਾਲ ਜੁੜੋ ਜਿਹੜਾ ਦੇਵੀ ਦੇਵਤੇ ਬਣਾਉਣ ਵਾਲਾ ਹੈ, ਉਸ ਨਾਲ ਜੁੜੋ। ਔਰ ਮਾਣਯੋਗ ਸਿੰਘ ਸਾਹਿਬ ਅਕਾਲੀ ਜੀ ਹੋਣੀ, ਜਿਹੜੇ ਕਿ ਇਸ ਝੰਡੇ ਦੇ ਅਲੰਬਰਦਾਰ ਸਨ, ਅਰਦਾਸ ਕੀਤੀ ਹੈ ਇੱਕ ਅਕਾਲ ਦੇ ਅੱਗੇ, ਅਕਾਲ ਪੁਰਖ ਦੇ ਅੱਗੇ, ਔਰ ਸਾਨੂੰ ਪੂਰਨ ਯਕੀਨ ਹੈ ਜਦੋਂ ਸਿੱਖ ਅਰਦਾਸ ਕਰਦਾ ਹੈ ਤੇ ਅਕਾਲ ਪੁਰਖ ਆਪਣਾ ਮਿਹਰ ਦਾ ਹੱਥ ਰੱਖਿਆ ਕਰਦੇ ਨੇ। ਅਰਦਾਸ ਕਰਕੇ ਅਸੀਂ ਅਰਦਾਸ ਕੀਤੀ ਹੈ ਚਾਲੇ ਪਾਉਣ ਵਾਸਤੇ, ਚੜ੍ਹਾਈ ਕਰਨ ਵਾਸਤੇ, ਰੁਕਣ ਵਾਸਤੇ ਨਹੀਂ। ਇਸ ਲਈ ਅਸੀਂ ਚੱਲਾਂਗੇ ਔਰ ਫਤਿਹ ਪ੍ਰਾਪਤ ਕਰਾਂਗੇ। ਫਤਿਹ ਪ੍ਰਾਪਤ ਕੀਤੀ। ਇਹ ਸਬਕ ਅਕਾਲੀ ਜੀ ਨੇ ਵੀ ਦੁਹਰਾਇਆ ਜਥੇਦਾਰ ਹੁੰਦਿਆਂ ਹੋਇਆਂ, ਕਿ ਜਿਹੜੇ ਲੋਕ, ਜਿਹੜੇ ਸੱਜਣ ਕਰਤਾਰ ਦੇ ਚਰਨਾਂ ਨਾਲ ਜੁੜਦੇ ਨੇ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਔਰ ਅੱਜ ਹਜ਼ੂਰ ਨੇ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜੋ ਸੁੰਦਰ ਸ਼ਬਦ ਵਰਣਨ ਕੀਤਾ, ਉਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਇਹੀ ਆਖਿਆ, ਮੇਰੇ ਮਨ, ਐ ਮੇਰੇ ਮਨ, ਭਾਵ ਐ ਮਨੁੱਖ, ਜਪੀਐ ਹਰਿ ਭਗਵੰਤਾ। ਸਾਨੂੰ ਜਪਣਾ ਚਾਹੀਦਾ ਹੈ, ਸਾਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ, ਧਿਆਉਣਾ ਚਾਹੀਦਾ ਹੈ, ਓਟ ਲੈਣੀ ਚਾਹੀਦੀ ਹੈ, ਯਾਦ ਰੱਖਣਾ ਚਾਹੀਦਾ ਹੈ। ਕੌਣ? ਹਰਿ ਭਗਵੰਤ, ਜੋ ਹਰੀ ਭਗਵਾਨ ਹੈ। ਭਗਵੰਤ ਵੀ ਆਖਿਆ ਗਿਆ, ਭਗਉਤ ਵੀ ਆਖਿਆ ਗਿਆ, ਭਗਵਾਨ ਵੀ ਆਖਿਆ ਗਿਆ। ਔਰ ਕਿਸ ਨੂੰ ਆਖਿਆ ਗਿਆ? ਕਿਸੇ ਹੋਰ ਨੂੰ ਨਹੀਂ ਆਖਿਆ ਗਿਆ। ਗੁਰੂ ਘਰ ਦੇ ਵਿੱਚ ਕਿਸੇ ਜਣੇ ਖਣੇ ਨੂੰ ਭਗਵਾਨ ਨਹੀਂ ਆਖਿਆ ਜਾਂਦਾ। ਭਗਵਾਨ ਕੇਵਲ ਇੱਕ ਹੈ, ਕਰਤਾਰ ਹੈ, ਔਰ ਉਸ ਦਾ ਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ।
केवल उसनूं जपो। और वही है नाम दान दे जन अपने, जिहड़ा अपने सेवक नूं नाम दी दात बख्शदा है। कौन? दुख दर्द का हंता, जिहड़ा दुखां दे दर्दां नूं दूर कर देण वाला है, खत्म कर देण वाला है, भगवान करतार। ओ केवल उसे दा जाप करो। देखो साडे जीवन दे विच संसारीआं असीं भावें शरीर की गल कर लईए, भावें असी परिवार की गल कर लईए, भावें असी अपने समाज की गल कर लईए, भावें किसी होर की गल कर लईए, दुखों का सामना तो है ही है ना। क्योंकि दोए दर कपड़े पहरे जाए मनुख, सुख ते दुख, होर की है। यही कपड़े ने ओ लाया तो ओ पाया, तो ओ लाया तो ओ पाया। और जदों फिर असी दुख वाला कपड़ा पाउणा हुंदा है तो हंडाउणा हुंदा है, तो दुख हंडाउणा हुंदा है, पीड़ा हंडाउणी हुंदी है। हुण कपड़ा तो पाउणा पएगा ना, ये रब्बी नेम है। पर सतगुरु जी ने सानू समझाया कि ये दुख वाला कपड़ा भी जिस वेले पाओगे ना, तुहानू दर्द नहीं होगी जे तुसी करतार दे नाल जुड़ोगे तां। क्योंकि वो दुख दर्द का हंता, दुख दे दर्द नूं दर्दां नूं दूर कर देने वाला, मार देने वाला, खत्म कर देने वाला है। उसके नाल जुड़ जाओ। सतगुरु जी ने ये आदेश सानू सबनां नूं दर्शाया। मैं पहला आरंभ दे विच लंबी चौड़ी प्यार दे नाल दिहाड़ियां दे बाबत व्याख्या कीती, विचार तुहाडे नाल साझा कीता, सारे भैणां भाईआं दे नाल। ते मैं चाहुंदा हां, वैसे तो सिखां दे घर विच जन्म लैण वाला हर बच्चा जन्म तो ही उसके कंन दे विच एक ओंकार की धुनी पैंदी है। जन्म तो पहलां भी माँ दे कोल रहिंदिआं होइआं गर्भ दे अंदर वो एक ओंकार की धुनी सरवण करदा है। पर जे फिर भी कोई जन्म लैण तो बाद किसी तरह थिड़क जावे, या वो जो सिੱਖੀ मंडल दे विच पहला नहीं सी है, उन्हां सबरां नूं संबोधन करदिआं होइआं गुरु पातशाह जी ने आख्या, मेरे मन जपीए हर भगवंता, नाम दान दे जन अपने, दुख दर्द का हंता। मैं छोटा जिहा हवाला दे दियां। बाबा लहणा जी पहली बार सतगुरु सच्चे पातशाह जी के चरणों में आउंदे ने। इतिहास की वार्ता असी अक्सर ही करते रहंदे हां। गुरु दरबार दे विच गुरु इतिहास के हवाले असी दिंदे हां विचारां करते हुए। पहला दिन है, पहली शाम है। बाकी संगत दे नाल संगत दे विच ये बैठे हुए ने। लिबास वही है, मत्थे ते तिलक लगा होया सी, गल दे विच मौली दा आटा पाया होया सी, पैरां दे विच घुंघरू बद्धे हुए सन। क्योंकि अपने साथियां नूं संगियां नूं नाल लै के किसी देवी दे स्थान ते यात्रा करन जा रहे सन। रुके करतारपुर। ऐसा ही लिबास लैके जदों संगत विच बैठे ने ते सतगुरु सच्चे पातशाह महाराज गुरु नानक साहब आप सिंघासन ते विराजमान ने। शहजादा जी होरां ने रबाब ते गुरु साहब जी के आदेश के अनुसार कीर्तन आरंभिया। सोदर की चौंकी जिन्हों असी आखते हाँ, ये सोदर की पौड़ी पढ़ी। सो दर तेरा केहा, सो कर केहा, जित बह सर्ब संभाले, वाजे तेरे नाद अनेक असंखां, केते तेरे वामन हारे, केते तेरे राग परीस्यों कहिए, केते तेरे गावन हारे, गावन तुदनो पवन पानी बसंतर, गावै राजा धर्म दुआरे, गावन तुदनो चित गुप्त लिख जानन, लिख लिख धर्म विचारे, गावन तुदनो ईसर ब्रह्मा देवी, सोहण तेरे सदा सवारे। बाकियां ने भी सुनिया ते सत्कारयोग जी लहणा जी होरां ने, बाबा लहणा जी होरां ने भी सरवण किया।
लेकिन फस्ट टाइम जिस वेले ए धुनी कन्ना विच पई ना, गावन तुद नूं ईसर, ईसर तो भाव है ईश्वर ते आख्या गया शिव नूं, ब्रह्मा ते देवी, देवियां, देवियां भी सारियां जड़ियां ने गावन तुदनों तुहानूं गा रहीआं ने, गा रहे ने, तुहाडा जस कर रहे ने। और इन्हां विचारां ने स्ट्राइक किया, अंदर झंझोड़ दिता कि मैं जिथे जाता मैं तो समझना सा सब तो वड्डी यही है, सब तो महान यही है, लेकिन गुरु बाबा तो कुछ होर कह रहे हैं कि कोई होर शक्ति है जिस दे सन्मुख खड़ोते हुए ये भी सारे गा रहे हैं उसनूं। और अजे ख्याल रुकिया नहीं सी। जदों सरवण होया गावन तुदनों चित्रगुप्त लिख जान लिख लिख धर्म विचारे, गावन तुदनों ईश्वर ब्रह्मा देवी सोहन तेरे सदा सवारे, गावन तुदनों इंद्र इंद्रासन बैठे देवतियां दर नाले, गावन तुदनों सिद्ध समाधि अंदर। और चलद्यां चलद्यां जदों आख्या होर केते तुदनों गावन से मैं चित ना आवन, नानक क्या विचारे। गल समझ आ गई, ये तो गुरु बाबा जी कह रहे हैं। और इतनिया का जिक्र करके फिर अखीर में जाके कहते हैं होर कहते तुदनों गावन से मैं चितना आमन, जिन्हों के बाबत मैंने पता ही नहीं, मैं सुनिया ही नहीं, मैं जानता ही नहीं हाँ, कितने ने होर। और सतगुरां दा आख्या होया बचन दोहराया, सोई सोई सदा सच साहिब साचा साची नाई। बोलो सारे है पी होसी जाए न झसी, रचना जिनो रचाई रंगी रंगी भांति। आखो सारे रंगी रंगी भांति कर घर जिनसी माया जिन्हीं उपाई। कर कर देखै कीता अपना ज्यों तिस दी वड़ियाई। जो तिस भावै सोई करसी फिर हुक्म न करना जाई। सो पात साहा पत साहिब नानक रहन रजाई। सो पात साहा पत साहिब। उठे बाकियां दे नाल बैठ के प्रसादा छकिया, लंगर छकिया, लेकिन इस ख्याल ने अंदर खलबली पैदा कर दी सारी। फिर सुनिया होया सी भाई जोधा जी के पासों कि सतगुरु अमृत वेले दीवान सजाया करते हैं, झटापट अमृत वेले पैर रात रहिंदी सुचेत हो के ते पहुँच गए। ते आशा की वार दे विच जदों पौड़ी गाई ना, जित सेवे है सुख पाई है, सो साहिब सदा संभाली है। पढ़दे रबाबी पे ने, पढ़दियाँ गुरु की संगतां पईयां ने, नेकल नाल नाल ना लहणा जी होनी भी पढ़ रहे सन, क्योंकि अपने पिंड के भाई जोधा जी के पासों यह सुनिया होया सी, नाल नाल बोल रहे हैं। फिर जित सेवे है सुख पाई है, सो साहिब सदा संभाली है। जित कीता पाई है, अपना सा घाल बुरी क्यों घाली है। मन में ना इतनी दृढ़ता आ गई। उठे पैरों विचों घुंघरू ला दिते, गल विचों अट्टा लाता मौली का, तिलक किते अलोप हो गए। साथियों ने आके आखिया बाबा जी जथेदार जी आप लेट हो गए हाँ, देखो सूरज कितना चढ़ पिया, आप बड़ी लंबी वाट ते जाना है, तैयार हो। मानयोग जी कहते हैं हुण तैयार हो के जाना कित्थे है। जिथे मैं पहुँचना चाहता सा मैं उत्थे पहुँच गया, मैं पहुँच गया। मानयोग भाई साहब नंद लाल जी आखते ने मरा दर मंजिल जाना, हमा ऐश हमा शादी जर्श बेहूदा में नालद कुजा बंदे में महमल। हाँ कित्थे जाना हुण, ये समान बन के ते कचावे चुक के कित्थे जाना है। मरा दर मंजिले जाना,
मैं अपनी जानी दी अपने प्यारे दी मंजिल ते पहुंच गया और हमा ऐश हमा शादी हुण हिरदे विच शादियां ही शादियां ने, खुशियां ही खुशियां ने, ऐशा ही ऐशा ने। यही तो मैं लभदा सां कि किसी वड्डे तो वड्डे नूं मैं मिल जावां ते गुरु नानक साहब ने सोझी दे दित्ती, हुण मैं कित्थे जाना है। फिर हथ जोड़ के कहन लगे असीं तां ये चाहुंदे हां तुसीं भी ना जाओ, पर जे जाना जे ते हुण चले जाओ, लेकिन ना एक दिन तुसीं भी इत्थे आ जाया जे। फिर वाह, मैं कई बार ना विचार करदा होया इस गल दा एहसास करदा ते चेता करवाउंदा, कदी इस सुरती दे नाल असीं पाठ सुणदे हां, इस सुरती दे नाल कदी पाठ करदे हां कि एक वेरा वचन सुनिया ते इन्ना अंदर खुप गया, मुड़ के ना जीवन की चाल ही सारी बदल जावे। हाँ जी, कोई की आखदा है, गल ही कोई ना रह जावे। सतगुरु महाराज गुरु अर्जन साहब जी ने अज भी सानू ना इत्थे लिया टिकाया, शब्द लंबेरा है, आपो आप आओ आप सारे मिल के अखरी अर्थ विचारीए। और इस ख्याल की व्याख्या पंजवें पातशाह बहुत खूब 9 पदां में लगातार करते हैं, आप अखरी अर्थ करते हुए विचारन का यतन करिए। मैं मानयोग वीर भाई रणजीत सिंह होरां नूं बेनती करदा, आओ सुंदर आवाज़ में सुंदर अंदाज में सानू सरवण करवाओ। समूह गुरसिख माई भाई रसना पवित्र करदियां होया बोलो जी वाहेगुरु, बोलो जी वाहेगुरु, बोलो जी। सतनाम श्री वाहेगुरु साहिब जी। सोरठ महला पंजवा। घर पहला अष्टपदियाँ। एक ओंकार सतगुर प्रसाद। सब जग जिन्हें उपाया पाई। कारण कारण समरथ। सतगुरु गुरु नानक साहब सच्चे पातशाह बड़ी प्रकार जानते हैं। ਜਦੋਂ ਅਸੀਂ ਇਹਨਾਂ ਨੂੰ ਆਖਾਂਗੇ ਤੁਸੀਂ ਸਭ ਕੁਝ ਛੱਡ ਕੇ ਇੱਕ ਓੰਕਾਰ ਦੇ ਨਾਲ ਜੁੜ ਜਾਓ, ਤੇ ਇਹਨਾਂ ਨੇ ਬੜੇ ਸਵਾਲ ਕਰਨੇ ਨੇ, ਅਸੀਂ ਇੱਕ ਓੰਕਾਰ ਦੇ ਨਾਲ ਕਿਉਂ ਜੁੜ ਜਾਈਏ। और फिर व्याख्या कर रहे हैं सतगुरु इत्थे कहते हैं सब जग जिन्हें उपाया पाई, जिसने सारे जगत को पैदा किया है। कारण कारण समर्थ, जो हर कारण दे करन दी समर्था रखण वाला है। जियो पिंड जिन साजिया पाई। दे कर अपनी वथ। जिसने साडे इस शरीर नूं साजिया है, जिंद नूं जिंद पाई है विच। जियो पाए पिंड जिन साजिया और दे कर अपनी वथ, अपनी वस्तु। केड़ी वस्तु, मैनूं खिमा करियो जी जे एवं आखिए भी केड़ी नहीं वस्तु। सारियां वस्तुआं ही अपनी याद अपनी सिमरन दे सहित संसारी सारे पदार्थ साडे हिरदे विच पा दिते, साडे जीवन विच पा दिते। किन कहिए क्यों देखिए पाई। करता एक अकथ। किवें उसदी सिफत कीती जा सकती है, क्योंकि वो अकथ है, वो कहा नहीं जा सकता। इन अखां दे नाल उहनूं देखिया नहीं जा सकता। गुर गोविंद सलाहिए पाई। जिस ते जापै तथ। गल ये है कि गुरु गोविंद दे नाल, गुरु परमेश्वर दे नाल प्यार करो, उसकी सिफत सलाह करो, उस दियां वडियाइयां करो। वड्डे कियां वडियाइयां किछ कहना कहन ना जाए। ज्यों ज्यों गुरु परमेश्वर दियां वडियाइयां करोगे, गुण गाओगे,
ਉਸ ਦੇ ਨਾਲ ਨੇੜਤਾ ਬਣੇਗੀ, ਸਾਂਝ ਬਣੇਗੀ, ਪਤਾ ਲੱਗ ਜਾਏਗਾ। ਮੇਰੇ ਮਨ ਜਪੀਐ ਹਰ ਭਗਵੰਤਾ, ਹਰੀ ਭਗਵੰਤ ਨੂੰ ਜਪੀਏ ਸਦਾ। ਨਾਮ ਦਾਨ ਦੇ ਜਨ ਆਪਣੇ, ਜਿਹੜਾ ਆਪਣੇ ਸੇਵਕ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਦੁਖ ਦਰਦ ਕਾ ਹੰਤਾ, ਜੋ ਕਿ ਦੁੱਖਾਂ ਦੇ ਦਰਦਾਂ ਨੂੰ ਦੂਰ ਕਰਨ ਵਾਲਾ ਹੈ ਜੀ। ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ, ਜਿਸ ਦੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ। ਨੌ ਨਿਧ ਭਰੇ ਭੰਡਾਰ, ਸਾਰੇ ਪਦਾਰਥਾਂ ਦੇ ਭੰਡਾਰ ਭਰੇ ਹੋਏ ਹਨ। ਤਿਸ ਕੀ ਕੀਮਤ ਨਾ ਪਵੈ ਭਾਈ, ਉਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਉੱਚਾ ਅਗਮ ਅਪਾਰ, ਉਹ ਬਹੁਤ ਉੱਚਾ ਹੈ, ਬੇਅੰਤ ਹੈ, ਅਪਾਰ ਬੇਅੰਤ ਹੈ, ਪਾਰਲਾ ਬੰਨਾ ਉਸ ਦਾ ਪਤਾ ਨਹੀਂ ਹੈ। ਜੀ ਜੰਤ ਪ੍ਰਤਪਾਲ ਦਾ ਭਾਈ, ਸਾਰੇ ਜੀਆਂ ਜਨਤਾਂ ਦੀ ਸੰਭਾਲ ਕਰਦਾ ਹੈ, ਨਿਤ ਨਿਤ ਕਰਦਾ ਸਾਰ, ਔਰ ਉਹਨਾਂ ਦੀ ਪਾਲਣਾ ਕਰਦਾ ਹੈ ਸਦਾ ਹੀ। ਸਤਿਗੁਰ ਪੂਰਾ ਭੇਟੀਐ ਭਾਈ, ਇਸ ਗੱਲ ਦੀ ਸੋਝੀ ਤਦ ਹੁੰਦੀ ਹੈ ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਦੇ ਹਾਂ, ਉਪਦੇਸ਼ ਦੇ ਨਾਲ ਜੁੜਦੇ ਹਾਂ। ਸ਼ਬਦ ਮਿਲਾਵਣ ਹਾਰ, ਇਹ ਸਤਿਗੁਰੂ ਮਹਾਰਾਜ ਸਾਨੂੰ ਆਪਣੇ ਉਪਦੇਸ਼ ਦੇ ਰਾਹੀਂ ਉਸ ਕਰਤਾਰ ਦੀ ਸੋਝੀ ਦਿੰਦੇ ਨੇ, ਉਸ ਦੇ ਨਾਲ ਮਿਲਾਉਂਦੇ ਹਨ। ਸੱਚੇ ਚਰਨ ਸਰੇਵੀਐ ਭਾਈ, ਉਹ ਜੋ ਕਰਤਾਰ ਹੈ ਉਸ ਦੇ ਸਦੀਵੀ ਟਿਕੇ ਰਹਿਣ ਵਾਲੇ, ਸਦਾ ਟਿਕੇ ਰਹਿਣ ਵਾਲੇ ਗੁਣ ਨੇ ਜਿਹੜੇ, ਉਹਨਾਂ ਦਾ ਧਿਆਨ ਕੀਤਾ ਜਾਏ। ਭ੍ਰਮ ਭਉ ਹੋਵੈ ਨਾਸ, ਜੀਵਨ ਵਿੱਚ ਭਟਕਣਾ ਖਤਮ ਹੋ ਜਾਂਦੀ ਹੈ, ਔਰ ਕਿਸੇ ਪ੍ਰਕਾਰ ਦਾ ਕੁਝ ਖੁੱਸ ਜਾਣ ਵਾਲਾ ਜਿਹੜਾ ਭਉ ਹੈ ਦੂਰ ਹੋ ਜਾਂਦਾ ਹੈ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਫਿਰ ਸਤ ਸੰਗੀਆਂ ਦੇ ਵਿੱਚ ਬੈਠ ਕੇ ਸਤਸੰਗ ਕਰਕੇ ਆਪਣੇ ਮਨ ਦੀ ਮੈਲ ਨੂੰ ਲਾਓ। ਹਰ ਕੈ ਨਾਮ ਨਿਵਾਸ, ਮੈਲ ਕਿਵੇਂ ਲਾਈ ਜਾ ਸਕਦੀ ਹੈ, ਮਨ ਨੂੰ ਮਾਂਜਿਆ ਕਿਵੇਂ ਜਾ ਸਕਦਾ ਹੈ? ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਨਾਲ, ਉਸ ਦੀ ਯਾਦ ਦੇ ਨਾਲ। ਮਿਟੈ ਅੰਧੇਰਾ ਅਗਿਆਨਤਾ ਭਾਈ, ਇਸ ਦੇ ਨਾਲ ਜੀਵਨ ਦੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਕਮਲ ਹੋਵੈ ਪਰਗਾਸ, ਮਾਨੋ ਜਿਵੇਂ ਸੂਰਜ ਨਿਕਲਣ ਦੇ ਨਾਲ ਕਮਲ ਫੁੱਲ ਖਿਲ ਪੈਂਦਾ ਹੈ। ਗੁਰ ਬਚਨੀ ਸੁਖ ਊਪਜੈ ਭਾਈ, ਸਤਿਗੁਰਾਂ ਦੇ ਵਚਨਾਂ ਦੇ ਸਦਕਾ ਜੀਵਨ ਵਿੱਚ ਸੁਖ ਪੈਦਾ ਹੁੰਦਾ ਹੈ। ਸਭ ਫਲ ਸਤਿਗੁਰ ਪਾਸ, ਔਰ ਯਾਦ ਰੱਖਿਓ ਜੇ, ਜਦੋਂ ਸਤਿਗੁਰੂ ਮਹਾਰਾਜ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦੇ ਨੇ ਤਾਂ ਸਾਡੇ ਅੰਦਰ ਅਹਿਸਾਸ ਰਵੇ ਕਿ ਇਹ ਗਿਆਨ, ਇਹ ਸੋਝੀ ਸਾਨੂੰ ਸਾਰੇ ਫਲਾਂ ਦੇ ਨਾਲ, ਸਾਰੀਆਂ ਪ੍ਰਾਪਤੀਆਂ ਨਾਲ ਸਾਡੇ ਜੀਵਨ ਨੂੰ ਭਰਪੂਰ ਕਰ ਦਿੰਦੀ ਹੈ। ਤਾਂ ਤੇ ਹੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖਿਓ ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮੇਰਾ ਤੇਰਾ ਛੋਡੀਐ ਭਾਈ, ਔਰ ਮੇਰ ਤੇਰ ਜਿਹੜੀ ਹੈ ਉਸ ਨੂੰ ਤਿਆਗ ਦਿਓ, ਛੱਡ ਦਿਓ। ਹੋਈਐ ਸਭ ਕੀ ਧੂਰ, ਸਾਰਿਆਂ ਦੇ ਨਾਲ ਨਿਮਰਤਾ ਵਾਲਾ, ਭਾਰੀ ਨਿਮਰਤਾ ਵਾਲਾ ਵਰਤਾਅ ਕਰੋ। ਘਟ ਘਟ ਬ੍ਰਹਮ ਪਸਾਰਿਆ ਭਾਈ, ਅਹਿਸਾਸ ਕਰੋ ਉਹ ਓੰਕਾਰ ਜਿਹੜਾ ਹੈ ਸਾਰੇ ਬ੍ਰਹਮ ਵਿੱਚ, ਸਾਰੇ ਜੀਵਾਂ ਦੇ ਵਿੱਚ ਪਸਰਿਆ ਹੋਇਆ ਹੈ। ਵੇਖੈ ਸੁਣੈ ਹਜੂਰ, ਉਹੀ ਵੇਖਦਾ ਹੈ, ਉਹੀ ਸੁਣਦਾ ਹੈ, ਸਦ ਸੁਣਦਾ, ਸਦ ਵੇਖਦਾ। ਜਦੋਂ ਅਸੀਂ ਧਿਆਨ ਕਰਾਂਗੇ ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਔਰ ਯਾਦ ਰੱਖਣਾ, ਜਿਸ ਦਿਨ ਕਰਤਾਰੀ ਯਾਦ ਅੰਦਰੋਂ ਵਿਸਰ ਜਾਂਦੀ ਹੈ, ਤਿਤ ਦਿਨ ਮਰੀਐ ਝੂਰ। ਬੰਦਾ ਮੇਰ ਤੇਰ ਦਾ ਸ਼ਿਕਾਰ ਹੋ ਜਾਂਦਾ ਹੈ, ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਨਤੀਜੇ ਵਜੋਂ
ਫਿਰ ਝੁਰ ਝੁਰ ਕੇ ਪਰੇਸ਼ਾਨ ਹੁੰਦਾ ਹੈ। ਕਰਨ ਕਰਾਵਨ ਸਮਰਥੋ ਭਾਈ, ਕਰਤਾਰ ਸਾਰੇ ਸਬਬ ਬਣਾਉਣ ਦੀ ਸ਼ਕਤੀ ਰੱਖਣ ਵਾਲਾ ਹੈ। ਸਰਬ ਕਲਾ ਭਰਪੂਰ, ਸਾਰੀਆਂ ਸ਼ਕਤੀਆਂ ਦਾ ਉਹ ਮਾਲਕ ਹੈ ਜੀ। ਪ੍ਰੇਮ ਪਦਾਰਥ ਨਾਮ ਹੈ ਪਾਈ, ਵਾਹ ਵਾਹ। ਮਾਇਆ ਮੋਹ ਬਿਨਾਸ਼। ਸਤਿਗੁਰੂ ਪਾਤਸ਼ਾਹ ਜੀ ਦਰਸਾ ਰਹੇ ਨੇ, ਜਦੋਂ ਅਸੀਂ ਉਸ ਦੇ ਨਾਲ ਜੁੜਦੇ ਹਾਂ ਤੇ ਸਾਨੂੰ ਉਸ ਦੇ ਪਾਸੋਂ ਪ੍ਰੇਮ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ, ਜਿਸ ਦੇ ਨਾਲ ਸਾਡੇ ਜੀਵਨ ਦੇ ਵਿੱਚੋਂ ਮੋਹ ਖਤਮ ਹੋ ਜਾਂਦਾ ਹੈ। ਤਿਸ ਭਾਵੈ ਤਾਂ ਮੇਲ ਲਏ ਭਾਈ, ਉਹ ਕਿਰਪਾ ਕਰੇ ਤੇ ਸਾਨੂੰ ਫਿਰ ਇਹ ਦਾਤ ਦਿੰਦਾ ਹੈ। ਹਿਰਦੈ ਨਾਮ ਨਿਵਾਸ, ਪਰ ਉਸ ਦੀ ਕਿਰਪਾ ਸਦਕਾ ਹੀ ਹਿਰਦੇ ਦੇ ਵਿੱਚ ਸਾਡੇ ਜੀਵਨ ਵਿੱਚ ਇਸ ਦਾ ਨਿਵਾਸ ਬਣਦਾ ਹੈ। ਗੁਰਮੁਖ ਕਮਲ ਪਰਗਾਸੀਐ ਭਾਈ, ਗੁਰਮਤਿ ਅਨੁਸਾਰ ਚੱਲਦਿਆਂ ਹੋਇਆਂ ਜਿਹੜਾ ਵੀ ਚੱਲਦਾ ਹੈ ਉਸ ਦੇ ਹਿਰਦੇ ਦਾ ਕਮਲ ਜਿਹੜਾ ਹੈ ਉਹ ਪ੍ਰਕਾਸ਼ਵਾਨ ਹੋ ਜਾਂਦਾ ਹੈ। ਹਿਰਦੈ ਹੋਵੈ ਪਰਗਾਸ, ਉਸ ਦੇ ਹਿਰਦੇ ਵਿੱਚ ਚਾਨਣਾ ਹੋ ਜਾਂਦਾ ਹੈ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਜਿਸ ਵੇਲੇ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਅੱਖਾਂ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਤੇ ਫਿਰ ਮਹਿਸੂਸ ਕਰਦਾ ਹੈ ਜਾ ਜਾ ਦੇਖੂੰ ਤਾਂ ਹਜ਼ੂਰ ਦੂਰ ਕਤੋਂ ਨਾ ਜਾਈ, ਰੱਬ ਰਹੇ ਆ ਸਰਬੱਤਰ ਮੈਂ, ਸਭ ਥਾਵਾਂ ਤੇ ਸਭਨਾਂ ਜੀਆਂ ਦੇ ਵਿੱਚ ਉਹ ਵਿਰਾਜਮਾਨ ਹੈ ਜੀ। ਮੌਲਿਆ ਧਰਤ ਆਕਾਸ਼, ਉਸ ਦੀ ਕਿਰਪਾ ਦੇ ਸਦਕਾ ਹੀ ਇਸ ਸਾਰੇ ਜੀਵਨ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਰੌਣਕਾਂ ਹਨ। ਗੁਰ ਪੂਰੈ ਸੰਤੋਖਿਆ ਭਾਈ, ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਫਿਰ ਜੀਵਨ ਵਿੱਚ ਸੰਤੋਖ ਪੈਦਾ ਹੁੰਦਾ ਹੈ। ਅਹਨਿਸ ਲਾਗਾ ਭਾਵ, ਦਿਨ ਰਾਤ ਉਸ ਕਰਤਾਰ ਦੇ ਨਾਲ ਸਾਂਝ ਬਣੀ ਰਹਿੰਦੀ ਹੈ। ਰਸਨਾ ਰਾਮ ਰਵੈ ਸਦਾ ਭਾਈ, ਔਰ ਗੁਰਮਤਿ ਅਨੁਸਾਰ ਚੱਲਣ ਵਾਲਾ ਸਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਸਾਚਾ ਸਾਧ ਸੁਆਓ, ਉਸ ਦੀ ਯਾਦ ਦਾ ਸਵਾਦ ਮਾਣਦਾ ਹੈ। ਕਰਨੀ ਸੁਣ ਸੁਣ ਜੀਵਿਆ ਭਾਈ, ਔਰ ਕੰਨਾਂ ਦੇ ਨਾਲ ਉਸ ਦਾ ਉਪਦੇਸ਼ ਸੁਣਦਾ ਹੈ। ਨਿਹ ਚਲ ਪਾਇਆ ਥਾਉ, ਜੀਵਨ ਦੇ ਵਿੱਚ ਸਦੀਵੀ ਟਿਕਾ ਆ ਜਾਂਦਾ ਹੈ। ਜਿਸ ਪਰ ਤੀਤ ਨਾ ਆਵਈ ਭਾਈ, ਲੇਕਿਨ ਜਿਸ ਜੀਵ ਦੇ ਅੰਦਰ ਇਸ ਗੱਲ ਦਾ ਯਕੀਨ ਨਹੀਂ ਆਉਂਦਾ, ਸੋ ਜੀਅੜਾ ਜਲ ਜਾਓ, ਉਹ ਮਨੁੱਖ ਸਦਾ ਪਰੇਸ਼ਾਨ ਰਹਿੰਦਾ ਹੈ, ਸਦਾ ਦੁਖੀ ਰਹਿੰਦਾ ਹੈ। ਹਾਂਜੀ। ਬਹੁ ਗੁਣ ਮੇਰੇ ਸਾਹਿਬੈ ਭਾਈ, ਸਤਵਾਂ ਪਦ ਆਰੰਭ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਸ ਸਾਹਿਬ ਦਾ ਕਿਹੜਾ ਕਿਹੜਾ ਗੁਣ ਬਿਆਨ ਕੀਤਾ ਜਾ ਸਕਦਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕਹਿੰਦੇ ਨੇ ਬਹੁ ਗੁਣ ਮੇਰੇ ਸਾਹਿਬੈ ਭਾਈ। ਹਾਂਜੀ, ਹਉ ਤਿਸ ਕੈ ਬਲ ਜਾਓ, ਮੈਂ ਆਪਣੇ ਉਸ ਸਾਹਿਬ ਕਰਤਾਰ ਤੋਂ ਸਦਾ ਬਲਿਹਾਰ ਜਾਂਦਾ ਹਾਂ। ਉਹ ਨਿਰਗੁਣਿਆਰੇ ਪਾਲਦਾ ਭਾਈ, ਉਹ ਗੁਣਵਾਨਾਂ ਦੀ ਤਾਂ ਪਾਲਣਾ ਕਰਦਾ ਹੀ ਕਰਦਾ ਹੈ ਨਾ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਉਹ ਨਿਰਗੁਣਿਆਰਿਆਂ ਦੀ ਵੀ ਸੰਭਾਲ ਕਰਦਾ ਹੈ, ਗੁਣਾਂ ਵਾਲਿਆਂ ਦੀ ਵੀ ਸੰਭਾਲ ਕਰਦਾ ਹੈ। ਦੇ ਨਿਥਾਵੇ ਥਾਓ, ਜਿਹੜੇ ਵਿਚਾਰੇ ਨੇ, ਜਿਹੜੇ ਭਟਕਦੇ ਫਿਰਦੇ ਨੇ, ਉਹਨਾਂ ਨੂੰ ਜੀਵਨ ਵਿੱਚ ਟਿਕਾ ਦਿੰਦਾ ਹੈ। ਰਿਜਕ ਸੰਭਾਹੇ ਸਾਸ ਸਾਸ ਭਾਈ, ਉਹ ਸਵਾਸ ਸਵਾਸ ਜੀਆਂ ਨੂੰ ਰਿਜ਼ਕ ਬਖਸ਼ਦਾ ਹੈ। ਗੂੜਾ ਜਾ ਕਾ ਨਾਉ, ਜਿਸ ਦਾ ਨਾਮ ਗੂੜਾ ਹੈ, ਭਾਵ ਜਿਹੜਾ ਸਾਡੇ ਜੀਵਨ ਵਿੱਚ ਹਰ ਤਰ੍ਹਾਂ ਕਰਕੇ ਰੰਗ ਭਰ ਦਿੰਦਾ ਹੈ। ਜਿਸ ਗੁਰ ਸਾਚਾ ਭੇਟੀਐ ਭਾਈ, ਲੇਕਿਨ ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੀ ਸਾਂਝ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਨਾਲ, ਸ਼੍ਰੀ ਗੁਰੂ ਗ੍ਰੰਥ ਅਤੇ ਪੰਥ ਦੇ ਨਾਲ ਬਣਦੀ ਹੈ। ਪੂਰਾ ਤਿਸ ਕਰਮਾਉ, ਉਹ ਪੂਰੇ ਕਰਮਾਂ ਵਾਲਾ ਹੈ, ਪੂਰੇ ਭਾਗਾਂ ਵਾਲਾ ਹੈ। ਤਿਸ ਬਿਨ ਘੜੀ ਨਾ ਜੀਵੀਐ ਭਾਈ। ਉਪਦੇਸ਼ ਦਿੰਦਿਆਂ ਹੋਇਆਂ ਸਾਡੇ ਚੇਤਾ ਰੱਖਣ ਵਾਲੀ ਗੱਲ ਹੈ, ਗੁਰੂ ਸਾਹਿਬ ਜਦੋਂ ਕਹਿੰਦੇ ਨੇ
ਜਦੋਂ ਸਾਨੂੰ ਉਸ ਦੀ ਯਾਦ ਭੁੱਲ ਜਾਂਦੀ ਹੈ ਤੇ ਇੱਕ ਘੜੀ ਵੀ ਸਾਡਾ ਜਿਹੜਾ ਜੀਵਨ ਹੈ ਉਸ ਵਿੱਚ ਸੁੱਖ ਨਹੀਂ ਰਹਿ ਸਕਦਾ ਹੁੰਦਾ, ਸਾਡਾ ਆਤਮਿਕ ਮੌਤ ਹੁੰਦੀ ਹੈ ਜੀ। ਸਰਬ ਕਲਾ ਭਰਪੂਰ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਾਸ ਗਿਰਾਸ ਨਾ ਵਿਸਰੈ ਪਾਈ। ਉਹ ਸਾਨੂੰ ਨਹੀਂ ਵਿਸਰਦਾ, ਤੁਹਾਨੂੰ ਕਦੀ ਨਾ ਵਿਸਰੇ। ਵੇਖੋ ਸਦਾ ਹਜੂਰ ਅਸੀਂ ਸਦਾ ਉਹਨੂੰ ਆਪਣੇ ਕੋਲ ਵੇਖਦੇ ਹਾਂ। ਸਾਧੂ ਸੰਗ ਮਿਲਾਇਆ ਭਾਈ। ਉਹ ਆਪ ਹੀ ਕਿਰਪਾ ਕਰਕੇ ਸਾਨੂੰ ਗੁਰੂ ਤੇ ਗੁਰੂ ਪਿਆਰਿਆਂ ਦੀ ਸੰਗਤ ਬਖਸ਼ਿਸ਼ ਕਰਦਾ ਹੈ। ਸਰਬ ਰਹਿਆ ਭਰਪੂਰ ਸਾਰਿਆਂ ਦੇ ਵਿੱਚ ਉਹ ਆਪ ਵਿਰਾਜਮਾਨ ਹੈ। ਜਿਨ੍ਹਾਂ ਪ੍ਰੀਤ ਨਾ ਲੱਗੀਆ ਭਾਈ। ਔਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਦੇ ਨਾਲ ਸਾਂਝ ਅਜੇ ਨਹੀਂ ਬਣੀ, ਸੇ ਨਿਤ ਨਿਤ ਮਰਦੇ ਝੂਰ। ਉਹ ਤਾਂ ਫਿਰ ਸਦਾ ਪਰੇਸ਼ਾਨ ਹੀ ਹੁੰਦੇ ਨੇ। ਅੰਚਲ ਲਾਏ ਤਰਾਇਆ ਭਾਈ। ਅਖੀਰਲੇ ਪਦ ਵਿੱਚ ਜਾ ਕੇ ਆਖਦੇ ਨੇ ਪਾਤਸ਼ਾਹ, ਕਰਤਾਰ ਜਿਨ੍ਹਾਂ ਤੇ ਕਿਰਪਾ ਕਰਦਾ ਹੈ, ਗੁਰੂ ਦੇ ਨਾਲ ਮਿਲਾਪ ਉਸ ਦਾ ਕਰਵਾਉਂਦਾ ਹੈ, ਸ਼ਬਦ ਦਾ ਪੱਲਾ ਫੜਦਾ ਹੈ, ਗੁਰਮਤਿ ਦੇ ਅਨੁਸਾਰ ਚੱਲਦਾ ਹੈ, ਅਰੇ ਆਪਣਾ ਜੀਵਨ ਸਫਲ ਕਰਦਾ ਹੈ। ਜਿਵੇਂ ਸਾਹਿਬ ਜੀ ਨੇ ਪਹਿਲਾਂ ਆਖਿਆ ਹੈ ਨਾ, ਜਿਨ੍ਹਾਂ ਪ੍ਰੀਤ ਨਾ ਲੱਗੀਆ ਭਾਈ, ਹੋਰ ਕਿਸੇ ਦੀ ਲੱਗੇ ਨਾ ਲੱਗੇ, ਲੇਕਿਨ ਗੁਰੂ ਕੇ ਸਿੱਖਾਂ ਦੇ ਵੀ ਨਾ ਲੱਗੇ, ਕਿਸੇ ਸਿੱਖ ਦੀ ਪ੍ਰੀਤ ਨਾ ਲੱਗੀ ਹੋਵੇ ਤੇ ਫਿਰ ਇਹ ਕਿਤਨੀ ਦੁੱਖ ਵਾਲੀ ਬਾਤ ਹੈ। ਸਤਿਗੁਰਾਂ ਨੇ ਆਖਿਆ, ਜਿਨ੍ਹਾਂ ਨੂੰ ਆਪਣੇ ਲੜ ਨਾਲ ਲਾਇਆ, ਹਾਂਜੀ, ਭਉ ਜਲ ਦੁਖ ਸੰਸਾਰ। ਇਹ ਦੁੱਖਾਂ ਦਾ ਜੋ ਸੰਸਾਰ ਭੌਜਲ ਹੈ ਉਸ ਤੋਂ ਪਾਰ ਕਰ ਦਿੰਦੇ ਨੇ। ਕਰ ਕਿਰਪਾ ਨਦਰ ਨਿਹਾਲਿਆ ਭਾਈ। ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ। ਗੀਤੋਨ ਅੰਗ ਅਪਾਰ। ਔਰ ਆਪਣੇ ਸੀਨੇ ਨਾਲ ਲਾਉਂਦੇ ਨੇ, ਭਾਵ ਉਹਨੂੰ ਭਰਪੂਰ ਸਾਥ ਬਖਸ਼ਦੇ ਨੇ। ਮਨ ਤਨ ਸੀਤਲ ਹੋਇਆ ਭਾਈ। ਉਹਦਾ ਜੀਵਨ ਮੁਕੰਮਲ ਤੌਰ ਤੇ ਟਿਕਾ ਵਾਲਾ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ ਹੈ। ਭੋਜਨ ਨਾਮ ਆਧਾਰ। ਔਰ ਉਹਨਾਂ ਦੇ ਜੀਵਨ ਦੇ ਵਿੱਚ ਕਰਤਾਰੀ ਯਾਦ ਭੋਜਨ ਦੇ ਵਾਂਗੂ ਸਦਾ ਬਣ ਜਾਂਦੀ ਹੈ। ਨਾਨਕ ਤਿਸ ਸਰਣਾਗਤੀ ਭਾਈ। ਗੁਰੂ ਪਾਤਸ਼ਾਹ ਕਹਿੰਦੇ ਨੇ, ਅਸੀਂ ਉਸ ਦੀ ਸ਼ਰਨ ਵਿੱਚ ਹਾਂ, ਤੁਸੀਂ ਵੀ ਸਾਰੇ ਉਸ ਦੀ ਸ਼ਰਨ ਵਿੱਚ ਆਓ। ਕਿਸ ਦੀ? ਜੇ ਕਿਲ ਬਿਖ ਕਾਟਣ ਹਾਰ। ਜਿਹੜਾ ਸਾਰੇ ਪਾਪ ਕੱਟ ਦੇਣ ਵਾਲਾ ਹੈ, ਸਾਰੀਆਂ ਕਮਜ਼ੋਰੀਆਂ ਦੂਰ ਕਰ ਦੇਣ ਵਾਲਾ ਹੈ, ਸਾਰੇ ਗੁਨਾਹ ਖਿਮਾ ਕਰ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਹੰਤਾ ਹੈ। ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ, ਮੇਰੇ ਮਨ ਜਪੀਐ ਹਰ ਭਗਵੰਤਾ। ਸਮਾਂ ਹੋ ਗਿਆ ਹੈ, ਰੁਕਣ ਤੋਂ ਪਹਿਲਾਂ, ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਇਹਨਾਂ ਦੋ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ। ਮੈਂ ਮਾਣਯੋਗ ਹੈੱਡ ਗ੍ਰੰਥੀ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਮੁਖੀ ਸੱਜਣਾਂ ਦਾ, ਮਾਣਯੋਗ ਭਾਈ ਸਾਹਿਬ ਗ੍ਰੰਥੀ ਸਾਹਿਬਾਨ ਭਾਈ ਰਣਜੀਤ ਸਿੰਘ ਜੀ ਤੇ ਸਭਨਾਂ ਸਾਥੀਆਂ ਦਾ, ਆਪ ਸਾਰੀਆਂ ਗੁਰੂ ਰੂਪ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ। ਪਿਆਰ ਨਾਲ ਜੁੜੀਏ ਅਤੇ ਸਰਵਣ ਕਰੀਏ ਜੀ। ਮਨ ਤਨ ਸੀਤਲ ਹੋਇਆ ਭਾਈ। ਭੋਜਨ ਨਾਮ ਆਧਾਰ। ਨਾਨਕ ਤਿਸ ਸਰਣਾਗਤੀ ਭਾਈ। ਜੇ ਕਿਲ ਬਿਖ ਕਾਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।